ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖੋ, ਜਦੋਂ ਮੈਂ ਨਿਤਨੇਮ ਦੀਆਂ ਬਾਣੀਆਂ ਦੀ ਵਿਆਖਿਆ ਕੀਤੀ, ਯਾਨੀ ਕਿ ਵਿਆਖਿਆ ਮੈਂ ਪੜ੍ਹੀ, ਤੇ ਇੱਕ ਚੀਜ਼ ਮੈਨੂੰ ਸਮਝ ਆਈ ਕਿ ਜਿਸ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਦੋਵੇਂ ਗੋਡੇ ਮੂਧੇ ਮਾਰ ਕੇ ਅਸੀਂ ਮੱਥਾ ਟੇਕਨੇ ਆ, ਮੱਥਾ ਹੀ ਨਹੀਂ ਟੇਕਦੇ, ਅਸੀਂ ਨੱਕ ਵੀ ਰਗੜਨੇ ਆ, ਨੱਕ ਨਾਲ ਲੀਕਾਂ ਵੀ ਕੱਢਦੇ ਆ, ਜਿਹਦੀ ਕੋਈ ਲੋੜ ਨਹੀਂ ਹੁੰਦੀ, ਉਹਦੀ ਅਸੀਂ ਗੱਲ ਤੇ ਇੱਕ ਵੀ ਨਹੀਂ ਮੰਨਦੇ। ਅੱਜ ਤੋਂ ਲਗਭਗ 18 ਕੁ ਸਾਲ ਪਹਿਲਾਂ ਮੈਨੂੰ ਗੁਰਦੁਆਰਾ ਨਾਨਕ ਝੀਰਾ ਬਿਦਰ, ਜੋ ਕਿ ਕਰਨਾਟਕ ਵਿੱਚ ਹੈ, ਉੱਥੇ ਜਾਣ ਦਾ ਮੈਨੂੰ ਮੌਕਾ ਮਿਲਿਆ ਤੇ ਮੈਂ ਉੱਥੇ 8-10 ਮਿੰਟ ਦੀ ਕਥਾ ਕੀਤੀ। ਇਹੀ ਗੱਲ ਮੈਂ ਉੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਸ ਗੁਰੂ ਅੱਗੇ ਅਸੀਂ ਦੋਵੇਂ ਗੋਡੇ ਮੂੰਹ ਮਾਰ ਕੇ ਮੱਥਾ ਟੇਕਣੇ ਆ, ਨੱਕ ਰਗੜਨੇ ਆ, ਉਹਦੀ ਅਸੀਂ ਗੱਲ ਇੱਕ ਵੀ ਨਹੀਂ ਮੰਨਦੇ। ਕੀ ਫਿਰ ਅਸੀਂ ਸਿੱਖ ਅਖਵਾਣ ਦੇ ਜਾਂ ਆਪਣੇ ਆਪ ਨੂੰ ਸਿੱਖ ਸਮਝਣ ਦੇ ਲਾਇਕ ਹਾਂ? ਕੀ ਉਸ ਨੂੰ ਅਸੀਂ ਗੁਰੂ ਕਹਿਣ ਦੇ ਲਾਇਕ ਹਾਂ? ਪਰ ਕਦੀ ਇਹ ਗੱਲ ਦਿਲ 'ਚ ਨਹੀਂ ਸੀ ਆਈ ਵੀ ਆਪਣੇ ਆਪ ਤੋਂ ਪੁੱਛ ਲਈਏ ਕਿ ਭਾਈ ਤੂੰ ਹੈ ਸਿੱਖ ਹੀ? ਹੌਲੀ ਹੌਲੀ ਇਹ ਗੱਲ ਵੀ ਦਿਮਾਗ 'ਚ ਆਉਣ ਲੱਗ ਪਈ, ਆਪਣੇ ਆਪ ਨੂੰ ਪੁੱਛਣਾ ਢਿੱਲੇ ਜਿਹੇ ਮਨ ਨਾਲ, ਬਈ ਤੂੰ ਹੈ ਸਿੱਖ ਹੀ? ਅੱਗੋਂ ਜਵਾਬ ਮਿਲਣਾ ਵੀ ਗੁਰਦੁਆਰਾ ਸਾਹਿਬ ਜਾਈਦਾ ਹੈ, ਮੱਥਾ ਟੇਕੀਦਾ ਹੈ, ਪਾਠ ਵੀ ਕਰਨੇ ਆ, ਨਿਤਨੇਮ ਵੀ ਕਰੀਦਾ ਹੈ, ਤੇ ਗੁਰਦੁਆਰਾ ਸਾਹਿਬ ਦੇ ਅੱਗੋਂ ਬਿਨਾਂ ਸੀਸ ਨਵਾਉਣ ਤੋਂ ਲੰਘੀਦਾ ਹੀ ਨਹੀਂ। ਸਾਰੇ ਕਾਰਜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰਨੇ ਆ। ਫਿਰ ਪਿਓ ਸਿੱਖ, ਮਾਂ ਵੀ ਸਿੱਖ, ਸਾਰੇ ਰਿਸ਼ਤੇਦਾਰ ਵੀ ਸਿੱਖ, ਦਾਦਾ ਇਹਦੂ ਉਤਲੇ ਸਾਰੇ ਸਿੱਖ। ਔਰ ਉਸ ਤੋਂ ਵੀ ਵੱਡੀ ਗੱਲ, ਗੁਰਦੁਆਰਾ ਨਨਕਾਣਾ ਸਾਹਿਬ ਆਜ਼ਾਦ ਕਰਵਾਉਣ ਵਿੱਚ ਜਦੋਂ ਦੂਜਾ ਜਥਾ ਗਿਆ ਸੀ ਨਾ, ਸਾਡੇ ਘਰ ਦੇ 12 ਜੀ ਸਨ। ਜਥੇਦਾਰ ਭਾਈ ਲੱਖਾ ਸਿੰਘ, ਜੋ ਮੇਰੇ ਪੜਦਾਦਾ ਜੀ ਦੇ ਸਕੇ ਭਰਾ ਸਨ, ਉਹਨਾਂ ਦੇ 4 ਪੁੱਤਰ ਜਿਹੜੇ ਮੇਰੇ ਦਾਦੇ ਹੀ ਲੱਗ ਗਏ। ਇੱਕ ਬਾਪੂ ਮਾਨ ਸਿੰਘ, ਸਨ ਲਾਭ ਸਿੰਘ, ਜਿਹੜੇ ਭਾਈ ਲੱਖਾ ਸਿੰਘ ਦੇ ਚਾਚੇ ਦੇ ਪੁੱਤਰ ਭਰਾ ਸਨ, ਤੇ 6 ਮਾਂਡੀ ਥੇ ਜਿਹੜੀ ਚੀਕੇ ਕੋਲੇ, ਉੱਥੇ ਸਾਡੇ ਆਪਣੇ ਜੀ ਨੇ। ਉਸ ਟਾਈਮ ਤੇ ਉਹ ਸਕੇ ਚਾਚੇ ਬਾਬੇ ਸਨ ਨਾ, ਅੱਜ ਤੇ ਪੀੜ੍ਹੀ ਦੂਰ ਹੋ ਗਈ ਹੈ। 6 ਉਹਨਾਂ 'ਚੋਂ ਸਨ। ਉਸ ਤੋਂ ਹੀ ਉਤਲੀ ਇੱਕ ਹੋਰ ਗੱਲ, ਮੇਰੇ ਪੜਦਾਦਾ ਦਾ ਪਿਓ ਜਵਾਲਾ ਸਿੰਘ,
ਜਿਹੜਾ ਬੜਾ ਸੰਤ ਸੁਭਾਅ ਬੰਦਾ ਸੀ। ਜੇ ਕਿਸੇ ਭੁੱਖੇ ਨੰਗੇ ਨੂੰ ਵੇਖ ਲੈਣਾ ਨਾ, ਜ਼ਰੂਰਤਮੰਦ ਨੂੰ, ਭੁੱਖਾ ਨੰਗਾ ਗਲਤ ਮੈਂ ਲਫ਼ਜ਼ ਵਰਤ ਗਿਆ, ਤੇ ਆਪਣੇ ਤਨ ਦਾ ਕੱਪੜਾ ਵੀ ਲਾ ਕੇ ਦੇ ਆਉਂਦੇ ਸਨ। ਹੋਰ ਤੇ ਅਮਦਾਦ ਕਰ ਹੀ ਦਿੰਦੇ ਸਨ। ਇੱਕ ਵਾਰ ਦੀ ਗੱਲ ਹੈ, ਉਹ ਡੰਗਰ ਪੇ ਚਾਰਦੇ ਸਨ। ਕੋਈ ਜ਼ਰੂਰਤਮੰਦ ਲੰਘਿਆ, ਨਵਾਂ ਦੁਸ਼ਾਲਾ ਸੀ ਉਹਨਾਂ ਦੇ ਉੱਤੇ, ਉਹੀ ਦੇ ਕੇ ਆ ਗਏ। ਪਰ ਉਹ ਉਸ ਟਾਈਮ ਦੇ ਸਿੱਖ ਪੱਕੇ ਬੜੇ ਸਨ। ਸਾਡੇ ਵਰਗੇ ਨਹੀਂ ਸਨ ਅੱਜ ਵਰਗੇ। ਅਸੀਂ ਸਿੱਖ ਅਖਵਾਉਣ ਵਾਲਿਆਂ ਵਿੱਚੋਂ ਹੀ ਹਾਂ, ਬਸ ਸਿੱਖ ਨਹੀਂ ਹਾਂ। ਉਸ ਟਾਈਮ ਇੱਕ ਸਾਧੂ ਜਿਹਾ ਹੁੰਦਾ ਸੀ ਬੰਦਾ, ਸੰਤ ਸਾਧੂ ਇਹਨੂੰ ਆਂਦੇ ਸਨ। ਉਹ ਘਰਾਂ 'ਚ ਵੜਦਾ ਸੀ, ਨਾਲੇ ਉਹਨੇ ਫੂੰ ਫੂੰ ਕਰਦੇ ਫਿਰਨਾ, ਤੇ ਨਾਲੇ ਕਾੜਨੀਆਂ 'ਚੋਂ ਦੁੱਧ ਜਿਹੜਾ ਔਲੇ 'ਚ ਪਿਆ ਹੁੰਦਾ ਸੀ, ਔਲੇ 'ਚ ਕਾੜਨੀਆਂ 'ਚ ਦੁੱਧ ਕਾੜੀਦਾ ਸੀ ਨਾ, ਉਹ ਉੱਥੋਂ ਉਹਨੇ ਦੁੱਧ ਵੀ ਪੀ ਜਾਣਾ, ਤੇ ਕਈ ਵਾਰੀ ਜਾਂਦੇ ਜਾਂਦੇ ਕਾੜਨੀ ਵੀ ਬਣ ਜਾਣੀ। ਉਹ ਔਲੇ 'ਚੋਂ ਦੁੱਧ ਕੱਢ ਕੇ ਉਹਨੇ ਪੀਤਾ ਤੇ ਕਾੜਨੀ ਭੰਨ ਦਿੱਤੀ, ਤੇ ਐਨ ਮੌਕੇ ਦੇ ਉੱਤੇ ਬਾਪੂ ਜਵਾਲਾ ਸਿੰਘ ਆ ਗਏ, ਜਿਹੜੇ ਮੇਰੇ ਪੜਦਾਦਾ ਦੇ ਪਿਤਾ ਜੀ ਸਨ। ਹਲ ਵਾਹ ਕੇ ਆਏ ਸਨ। ਉਹਦੇ ਸਾਹਮਣੇ ਸਾਰਾ ਕਾਰਾ ਹੋਇਆ। ਆਂਦੇ ਨੇ ਘਰ ਦੀਆਂ ਜਨਾਨੀਆਂ ਵੀ ਨਾ ਖੁੱਡੇ ਲੈਣ ਲੱਗ ਕੇ ਬਹਿ ਜਾਂਦੀਆਂ ਹਨ ਵੀ ਨਾ ਇਹਨੂੰ ਕੁਝ ਨਹੀਂ ਆਖਣਾ, ਸ਼ਰਾਪ ਦੇ ਦੇਗਾ। ਉਹਨਾਂ ਦੇ ਹੱਥ 'ਚ ਪ੍ਰਾਣੀ ਸੀ, ਜਿਹੜੀ ਹਲ ਵਾਹਣ ਲੱਗਿਆਂ ਢੱਗੇ ਟੋਰਨ ਵਾਸਤੇ ਹੁੰਦੀ ਏ, ਬਲਦ ਟੋਰਨ ਵਾਸਤੇ ਹੁੰਦੀ ਏ। ਉਹਨੂੰ ਇੰਨਾ ਕੁੱਟਿਆ, ਆਂਦੇ ਨੇ ਬੇਹੋਸ਼ ਹੋ ਗਿਆ ਉਹ। ਉਹਦੇ ਗਿੱਟੇ ਬੜੇ ਕੁੱਟੇ, ਲੱਤਾਂ ਕੁੱਟੀਆਂ। ਉਹ ਫਿਰ ਟੁਰ ਗਿਆ। 8-10 ਸਾਲ ਬਾਅਦ ਉਹੀ ਸਾਧੂ ਵਾਪਸ ਸਾਡੇ ਪਿੰਡ ਆਇਆ। ਪਾਕਿਸਤਾਨ ਦੀ ਗੱਲ ਏ, ਇੰਡੀਆ ਦੀ ਗੱਲ ਨਹੀਂ ਹੈ। ਇਹ ਲਗਭਗ ਸਨ 1919-20 ਦੀ ਗੱਲ ਹੋਣੀ ਹੈ। ਉਹ 8-10 ਸਾਲ ਬਾਅਦ ਉੱਥੇ ਹੀ ਪਾਕਿਸਤਾਨ ਸਾਡੇ ਪਿੰਡ ਕੁਰਲਕੀ ਆਇਆ, ਤੇ ਬਾਹਰ ਰੜੀ 'ਚ ਬਹਿ ਰਿਹਾ, ਪਿੰਡ ਤੋਂ ਬਾਹਰ। ਸਿਣਿਆ ਘੱਲਿਓ ਸੂ, ਡਰਦਾ ਅੱਗੇ ਨਾ ਆਵੇ ਵੀ ਮਤੇ ਫਿਰ ਲਾਭ ਸਿੰਘ ਪ੍ਰਾਣੀ ਵਾਹੇ ਮੈਨੂੰ, ਸੌਰੀ ਜਵਾਲਾ ਸਿੰਘ ਮੈਨੂੰ ਪ੍ਰਾਣੀ ਵਾਹੇ ਮਤੇ। ਇਹਨਾਂ ਨੂੰ ਸਿਣਿਆ ਮਿਲਿਆ। ਇਹ ਗਏ ਉਹਦੇ ਕੋਲ ਰੜੀ 'ਚ, ਤੇ ਦੂਰੋਂ ਹੀ ਪੈਰੀ ਪੈ ਗਿਆ। ਆਂਦਾ ਸਰਦਾਰਾ ਤੂੰ ਤੇ ਮੇਰਾ ਗੁਰੂ ਹੈ। ਮੈਂ ਬਿੱਲਾ ਬਣਿਆ ਸਾਂ, ਤੂੰ ਮੈਨੂੰ ਬਿੱਲੇ ਤੋਂ ਬੰਦਾ ਬਣਾ ਦਿੱਤਾ ਹੈ। ਅੱਜ ਮੇਰੇ ਕੋਲ 7-8 ਮੱਝਾਂ ਨੇ। ਅੱਗੇ ਲੋਕਾਂ ਦੀਆਂ ਕਾੜਨੀਆਂ 'ਚੋਂ ਦੁੱਧ ਵੀ ਪੀ ਜਾਂਦਾ ਸਾਂ, ਤੇ ਜਾਂਦਾ ਜਾਂਦਾ ਮੈਂ ਕਾੜਨੀ ਵੀ ਭੰਨ ਜਾਂਦਾ ਸਾਂ। ਬਿੱਲਿਆਂ ਦਾ ਵੀ ਇਹੀ ਕੰਮ ਹੁੰਦਾ ਸੀ। ਅੱਜ ਮੈਂ ਆਪਣੀਆਂ ਮੱਝਾਂ ਦਾ ਦੁੱਧ ਪੀਣਾ। ਤੂੰ ਮੇਰਾ ਗੁਰੂ ਹੈ, ਤੂੰ ਮੈਨੂੰ ਬਿੱਲੇ ਤੋਂ ਬੰਦਾ ਬਣਾ ਦਿੱਤਾ ਹੈ। ਪਰ ਇਹ ਵੀ ਅੱਗੋਂ ਸਾਧ ਸੁਭਾਅ ਸਨ। ਉਹ ਇਹਨਾਂ ਦੇ ਪੈਰੀ ਹੱਥ ਲਾਏ, ਤੇ ਇਹ ਉਹਦੀ ਪੈਰੀ ਹੱਥ ਲਾਣ। ਬੜੀ ਅਜੀਬ ਉਹ ਤੇ ਸਿਚੁਏਸ਼ਨ ਬਣੀ ਹੋਏਗੀ। ਮੈਂ ਤਾਂ ਵੇਖਿਆ ਨਹੀਂ। ਹੁਣ ਗੱਲ 100 ਸਾਲ ਤੋਂ ਜ਼ਿਆਦਾ ਪੁਰਾਣੀ ਹੈ। ਇਹ ਆਂਦੇ ਨੇ ਭਾਈ ਮੈਨੂੰ ਤੈਨੂੰ ਇਹਨਾਂ ਨਹੀਂ ਸੀ ਮਾਰਨਾ ਚਾਹੀਦਾ। ਝਿੜਕ ਝੁੜਕ ਕੇ ਬਾਹਰ ਕੱਢ ਦਿੰਦਾ। ਉਸ ਤੋਂ ਬਾਅਦ ਮੈਨੂੰ ਵੀ ਪਛਤਾਵਾ ਲੱਗਾ, ਨਹੀਂ ਸੀ ਮਾਰਨਾ ਚਾਹੀਦਾ।
ਉਹ ਗੁਰਸਿੱਖੋ, ਉਹ ਤੇ ਇੱਕ ਬਿੱਲਾ ਸੀ, ਅੱਜ ਪੈਰ ਪੈਰ ਤੇ ਬਿੱਲਾ ਬੈਠਾ ਹੈ। ਤੁਹਾਡੀਆਂ ਕਾੜਨੀਆਂ ਚੋਂ ਦੁੱਧ ਵੀ ਪੀ ਜਾਂਦੇ ਜੇ ਤੇ ਤੁਹਾਡੀਆਂ ਕਾੜਨੀਆਂ ਵੀ ਭੰਨ ਦਿੰਦੇ ਜੇ। ਯਾਨੀ ਕਿ ਤੁਹਾਡਾ ਹਰ ਪਾਸਿਓਂ ਸ਼ੋਸ਼ਣ ਵੀ ਕਰਦੇ ਜੇ ਪਏ ਤੇ ਅਖੀਰ ਤੁਹਾਡਾ ਇਹ ਜਿਹੜਾ ਇਹ ਜੀਵਨ ਹੈ ਨਾ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਵੀ ਗਵਾ ਦਿੰਦੇ ਜੀ। ਚੇਤਾ ਰੱਖਿਆ ਜੀ। ਉਹ ਮੈਂ ਅਗਲੀ ਅਲੱਗ ਕਥਾ 'ਚ ਦੱਸਾਂਗਾ ਤੁਹਾਨੂੰ ਵੀ ਤੁਹਾਡਾ ਜੀਵਨ ਕਿਵੇਂ ਖਤਮ ਕਰ ਦਿੰਦੇ ਨੇ, ਤੁਹਾਨੂੰ ਕਿਵੇਂ ਇਹ ਖਾ ਜਾਂਦੇ ਨੇ। ਜੇ ਤੇ ਤੁਸੀਂ ਆਪਣੇ ਆਪ ਨੂੰ ਰੂਹ ਸਮਝਦੇ ਹੋ ਤੇ ਫਿਰ ਤੇ ਤੁਹਾਨੂੰ ਖਾ ਜਾਂਦੇ ਨੇ ਤੁਹਾਡੀ, ਤੇ ਜੇ ਤੁਸੀਂ ਨਹੀਂ ਸਮਝਦੇ ਤੇ ਫਿਰ ਇਹ ਵੇ ਕਿ ਤੁਹਾਡਾ ਜਿਹੜਾ ਅਧਿਆਤਮਿਕ ਜੀਵਨ ਹੈ ਨਾ, ਉਹਨੂੰ ਖਾ ਜਾਂਦੇ ਨੇ। ਤੇ ਮਨ 'ਚ ਇਹ ਆਉਣਾ ਕਿ ਅਸੀਂ ਇੰਨੇ ਉੱਚੇ ਖਾਨਦਾਨ ਦੇ ਮੈਂ ਬੰਦਾ ਵਾਂ ਤੇ ਮੇਰੇ ਤੋਂ ਵੱਡਾ ਸਿੱਖ ਕਿਹੜਾ ਹੈ? ਕਿਧਰੇ ਅਸਾਂ ਸਭ ਦੀ ਇਹੀ ਤੇ ਪ੍ਰੋਬਲਮ ਨਹੀਂ। ਫਿਰ ਜਦੋਂ ਥੋੜੀ ਜਿਹੀ ਸਮਝ ਆਈ ਤੇ ਫਿਰ ਇਹ ਸਮਝ ਆਈ, ਜਦੋਂ ਮੈਂ ਆਪਣੇ ਆਪ ਨੂੰ ਅੰਦਰੋਂ ਝੰਜੋੜ ਕੇ ਪੁੱਛਿਆ, ਬੋਲੇ ਜੇ ਮਨ ਨਾਲ ਨਹੀਂ, ਕੀ ਆਖਿਆ ਮੈਂ ਆਪਣੇ ਆਪ ਨੂੰ, ਤੂੰ ਹੈ ਸਿੱਖ ਹੀ, ਉਹੀ ਤੂੰ ਸਿੱਖ ਹੀ ਹੈ। ਜਦੋਂ ਅੱਗੇ ਬਾਣੀ ਨੂੰ ਮੈਂ ਸਮਝਿਆ, ਜਵਾਬ ਮਿਲਿਆ। ਜਵਾਬ ਇਹ ਮਿਲਿਆ ਕਿ ਤੂੰ ਭਾਈ ਆਪਣੇ ਵੱਡਿਆਂ ਦੀ ਮਾਰੀ ਹੋਈ ਖਾਨਾ ਹੈ ਪਿਆ। ਆਪਣੇ ਜਿੰਨੇ ਵੀ ਇਤਿਹਾਸ ਵਿੱਚ ਜਿਨ੍ਹਾਂ ਦਾ ਅਸੀਂ ਨਾਂ ਲੈਂਦੇ ਹਾਂ, ਉਹਨਾਂ ਦੀ ਮਾਰੀ ਹੋਈ ਖਾਣ ਦੀ ਕੋਸ਼ਿਸ਼ ਪਿਆ ਕਰਦੇ ਹੋ ਤੁਸੀਂ ਸਾਰੇ, ਅਸੀਂ ਵੀ, ਮੈਂ ਵੀ। ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਤੂੰ ਆਪਣੇ ਆਪ ਕੋਲੇ ਪੁੱਛ, ਤੇਰਾ ਜੀਵਨ ਕੀ ਹੈ? ਜੇ ਤੇਰਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਨਹੀਂ ਤੇ ਤੂੰ ਫਿਰ ਸਿੱਖ ਵੀ ਨਹੀਂ। ਆਵਾਜ਼ ਆਈ ਅੰਦਰੋਂ, ਨਾ ਮੈਂ ਸਿੱਖ। ਰਾਈਟਿੰਗ ਕੀਤੀ ਸੀ ਅੱਜ ਤੋਂ 10 ਸਾਲ ਪਹਿਲਾਂ ਮੈਂ, ਹੁਣ ਤੱਕ ਮੈਨੂੰ ਸਮਝ ਆ ਗਈ ਸੀ। ਨਾ ਮੈਂ ਸਿੱਖ, ਨਾ ਮੇਰੀ ਮਾਂ ਤੇ ਨਾ ਮੇਰਾ ਪਿਓ ਸਿੱਖ। ਅਜੇ ਕਿ ਉਹਨਾਂ ਦਾ ਜੀਵਨ ਬਹੁਤ ਉੱਚਾ ਸੀ। ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਨਿੱਕਾ ਜਿਹਾ ਆਪਣੇ ਮਾਂ ਪਿਓ ਦਾ। ਮੇਰਾ ਇੱਕ ਮਿੱਤਰ 2-3 ਸਾਲ ਪਹਿਲਾਂ ਮੈਨੂੰ ਦੱਸਦਾ ਹੈ, ਆਂਦਾ ਹੈ, ਗੁਰਦੀਪ ਤੇਰੇ ਮਾਂ ਪਿਓ ਵਰਗਾ ਤੇ ਕੋਈ ਨਹੀਂ ਹੋਣਾ। ਉਹ ਦੱਸਦਾ ਹੈ ਕਿ ਮੇਰੀ ਭੈਣ ਦਾ ਵਿਆਹ ਸੀ, 3-4 ਦਿਨ ਵਿਆਹ 'ਚ ਰਹਿ ਗਏ ਸਨ ਤੇ ਅਜੇ ਕਰਿਆਨਾ ਨਹੀਂ ਸੀ ਆਇਆ, ਕਰਿਆਨੇ ਦਾ ਸਮਾਨ ਨਹੀਂ ਸੀ ਆਇਆ। ਮੈਂ ਉਹਨੂੰ ਛੋਟਾ ਨਹੀਂ ਕਰ ਰਿਹਾ,
ਇਮਦਾਦ ਕਿਸੇ ਵੀ ਟਾਈਮ ਕਿਸੇ ਨੂੰ ਵੀ ਲੈਣੀ ਪੈ ਸਕਦੀ ਹੈ। ਔਰ ਮੈਨੂੰ ਬੜੀ ਵਾਰ ਕਈਆਂ ਦੀ ਇਮਦਾਦ ਲੈਣੀ ਪਈ ਹੈ ਔਰ ਮੈਂ ਲਈ ਹੈ। ਆਂਦਾ ਮੈਂ ਆਇਆ ਘਰ ਤੇ ਮੈਂ ਕਿਹਾ ਚਾਚਾ ਜੀ ਇਸ ਤਰ੍ਹਾਂ ਸਮਾਨ ਲਿਆਉਣਾ ਹੈ। ਉਹ ਗਵਾਂਦੇ ਨੇ, ਮੇਰੇ ਪਿਤਾ ਜੀ ਆਂਦੇ ਨੇ ਵੀ ਚੱਲ ਕੱਲ ਨੂੰ ਚੱਲਾਂਗੇ। ਆਂਦਾ ਚਾਚੀ ਜੀ ਪਤਾ ਕੀ ਆਂਦੇ ਨੇ, ਅੱਜ ਹੀ ਜਾ ਮੁੰਡੇ ਦੇ ਨਾਲ, ਕੱਲ ਨੂੰ ਤੇ ਬੁੱਢਣਪੁਰੀਆਂ ਦੀ ਰਜਿਸਟਰੀ ਹੈ, ਸਾਰੇ ਪੈਸੇ ਤੇ ਉਹਨਾਂ ਲੈ ਜਾਣੇ ਤੇ ਇਹਨੂੰ ਕੀ ਮਿਲਣਾ। ਤੇ ਨਾਲੇ ਮੈਨੂੰ ਆਂਦੀ ਏ ਅੱਜ ਹੀ ਲੈ ਜਾ ਸੂ ਨਾਲ, ਪੈਸੇ ਸਾਰੇ ਉਹਨਾਂ ਲੈ ਜਾਣੇ ਨੇ ਬੁੱਢਣਪੁਰੀਆਂ, ਤੇ ਤੈਨੂੰ ਕੀ ਮਿਲਣਾ ਹੈ। ਕਿ ਬੁੱਢਣਪੁਰੀ ਮੇਰੀ ਭੈਣ ਹੁੰਦੀ ਹੈ। ਧੀ ਦੀ ਰਜਿਸਟਰੀ ਦੀ ਚਿੰਤਾ ਨਹੀਂ, ਕਿਸੇ ਦੀ ਆਪਣੀ ਧੀ ਸੀ, ਕਿਸੇ ਦੀ ਨਹੀਂ ਸੀ। ਉਹਦੇ ਵਿਆਹ ਦੀ ਚਿੰਤਾ ਹੈ। ਇਹ ਕਿਰਦਾਰ ਸੀ ਉਹਨਾਂ ਦਾ। ਮੇਰੇ ਬਾਪ ਨੇ ਵੀ ਭਲਾ ਹੀ ਕੀਤਾ ਜਿੰਨਾ ਹੋਇਆ ਹੈ, ਕਿਸੇ ਦਾ ਹੱਕ ਨਹੀਂ ਖਾਧਾ ਕਦੀ। ਔਰ ਮੈਂ ਆਪਣੀ ਮਾਂ ਨੂੰ, ਆਪਣੀ ਬੇਬੇ ਨੂੰ ਕਦੀ ਵੀ ਕਿਸੇ ਦੀ ਬਖਤੋਈ ਨਹੀਂ ਕਰਦਿਆਂ ਸੁਣਿਆ। ਜਿਹੜੀ ਗੱਲ ਹੋ ਜਾਣੀ ਨਾ ਉਹਨੇ ਮਿੱਟੀ ਪਾ ਛੱਡਣੀ। ਨਹੀਂ ਤਾਂ ਲੋਕ ਮਰਦਿਆਂ ਤੱਕ ਉਹ ਗੱਲ ਨਹੀਂ ਛੱਡਦੇ ਵੀ ਫਲਾਣੇ ਟਾਈਮ ਇਹਨੇ ਮੇਰੇ ਨਾਲ ਆਹ ਕੀਤਾ। ਅਜੇ ਕੀ ਸਾਨੂੰ ਆਦਤ ਸੀ, ਮੈਨੂੰ ਸੀ ਆਦਤ ਵੀ ਇਹਨੇ ਫਲਾਣੇ ਟਾਈਮ ਆਹ ਕੀਤਾ। ਆਂਦੀ ਸੀ ਪੁੱਤਰ ਜਿਸ ਜੀ ਦੇ ਜੋ ਕਰਮਾਂ 'ਚ ਹੋਵੇ ਨਾ ਉਹਨੇ ਉਹ ਕਰਨਾ ਹੀ ਹੁੰਦਾ ਹੈ। ਇਹਨਾਂ ਦਾ ਗੁਨਾਹ ਨਹੀਂ ਹੁੰਦਾ, ਇਹਨਾਂ ਨੂੰ ਰੱਬ ਹੀ ਇਹਨਾਂ ਦੇ ਕਰਮਾਂ ਅਨੁਸਾਰ ਇਸ ਪਾਸੇ ਲਾਇਆ ਹੁੰਦਾ ਹੈ। ਇਹ ਕਿਰਦਾਰ ਸੀ ਉਹਨਾਂ ਦਾ। ਫਿਰ ਕੀ ਮੈਂ ਰਾਈਟਿੰਗ ਕੀਤੀ, ਨਾ ਮੈਂ ਸਿੱਖ, ਨਾ ਮੇਰੀ ਮਾਂ ਤੇ ਨਾ ਮੇਰਾ ਪਿਓ ਸਿੱਖ। ਅਜੇ ਸਿੱਖੀ ਵਾਲੇ ਗੁਣ ਸਨ। 80-90% ਤੱਕ ਸਿੱਖ ਸਨ, ਉਹ 95% ਵੀ ਹੋ ਸਕਦੇ ਨੇ, 100% ਨਹੀਂ ਸਨ। ਮੈਂ ਇਸ ਰਾਈਟਿੰਗ ਨੂੰ ਅੱਗੇ ਜਦੋਂ ਟੋਰਿਆ ਤੇ ਨਾ ਕੋਈ ਮੇਰੀ ਭੈਣ ਤੇ ਨਾ ਕੋਈ ਭਣੂਜਾ ਸਿੱਖ, ਨਾ ਕੋਈ ਭਰਾ ਤੇ ਨਾ ਕੋਈ ਭਰਜਾਈ ਸਿੱਖ, ਨਾ ਕੋਈ ਚਾਚਾ ਤੇ ਨਾ ਕੋਈ ਚਾਚੀ ਸਿੱਖ, ਨਾ ਕੋਈ ਨੇੜੇ ਦਾ ਤੇ ਨਾ ਕੋਈ ਤ੍ਰੇੜੇ ਦਾ ਸਿੱਖ, ਨਾ ਕੋਈ ਆਲਾ ਤੇ ਨਾ ਕੋਈ ਦੁਆਲਾ ਸਿੱਖ। ਗੁਰਸਿੱਖੋ, ਮੈਂ ਇਹ ਲਿਖਿਆ ਅੱਗੇ, ਓਏ ਮੁਲਖਾ ਮੈਂ ਸਿੱਖ ਵੇਖਣ ਨੂੰ ਤਰਸ ਗਿਆ ਜੀ, ਮੈਨੂੰ ਕੋਈ ਸਿੱਖ ਤੇ ਮਿਲਾ ਦਿਓ। ਮੈਂ ਜਿਉਂ ਜੰਮਿਆ ਅੱਜ ਤੱਕ ਕੋਈ ਸਿੱਖ ਨਹੀਂ ਵੇਖਿਆ। ਅੱਜ ਤੋਂ 15-20 ਸਾਲ ਪਹਿਲਾਂ ਮੈਂ ਸਾਰੇ ਸਿੱਖ ਹੀ ਵੇਂਦਾ ਸਾਂ। ਵਿਆਹਾਂ ਵਿੱਚ, ਢੰਗਾਂ ਵਿੱਚ, ਰਾਵਾਂ ਵਿੱਚ, ਫੰਕਸ਼ਨ ਵਿੱਚ, ਗੁਰਦੁਆਰਿਆਂ ਵਿੱਚ। ਪਰ ਹੁਣ ਮੈਂ ਆਨਾ ਵੀ ਮੈਂ ਕੋਈ ਸਿੱਖ ਨਹੀਂ ਵੇਖਿਆ। ਕਿਉਂ? ਵੇਖਣ ਦਾ ਅਰਥ ਪਤਾ ਕੀ ਹੁੰਦਾ ਹੈ? ਪਰਖਣਾ ਕਿਸੇ ਨੂੰ। ਔਰ ਮੈਂ ਕਦੀ ਵੀ ਪਰਖਣ ਲਈ ਕਿਸੇ ਦੇ ਨਾਲ ਨਹੀਂ ਟੁਰਿਆ। ਪਰ ਜੇ ਕੋਈ ਆਪਣੀ ਪਰਖ ਆਪੇ ਹੀ ਕਰਵਾ ਦੇਵੇ, ਉਹਦੇ 'ਚ ਮੇਰਾ ਤੇ ਕੋਈ ਕਸੂਰ ਨਹੀਂ ਨਾ। ਜਿਹਦੀ ਵੀ ਪਰਖ ਹੋਈ ਏ ਉਹ ਸਿੱਖ ਨਹੀਂ ਨਿਕਲਿਆ। ਮੈਂ ਇਸ ਬਿਨਾਂ ਤੇ ਕਹਿ ਸਕਣਾ ਕਿ ਮੈਂ ਕੋਈ ਸਿੱਖ ਨਹੀਂ ਵੇਖਿਆ। ਕਿਉਂਕਿ ਸਿੱਖ ਪੱਗਾਂ ਦਾ ਨਾਂ ਨਹੀਂ, ਸਿੱਖ ਦਾੜਿਆਂ ਦਾ ਨਾਂ ਨਹੀਂ, ਸਿੱਖ ਕੇਸਾਂ ਦਾ ਨਾਂ ਨਹੀਂ, ਸਿੱਖ ਅਵਸਥਾ ਦਾ ਨਾਂ ਹੈ।
ਤੇ ਮੈਂ ਨਾ ਅੱਜ ਤੋਂ 15-20 ਸਾਲ ਪਹਿਲਾਂ ਮੈਂ ਇਹ ਗੱਲ ਆਂਦਾ ਹੁੰਦਾ ਸਾਂ ਵੀ ਇਸ ਧਰਤੀ ਤੇ ਕੋਈ ਸੰਤ ਨਹੀਂ। ਜੇ ਕੋਈ ਹੈ ਵੀ ਤੇ ਉਹਨੂੰ ਮੈਂ ਨਹੀਂ ਜਾਣਦਾ, ਮੈਂ ਕੋਈ ਸੰਤ ਨਹੀਂ ਵੇਖਿਆ ਕਦੀ। ਤੇ ਮੈਨੂੰ ਇੱਕ ਮੇਰਾ ਮਿੱਤਰ ਆਂਦਾ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਨੇ ਤੇ ਭਗਤ ਨੇ, ਉਹ ਕੀ ਨੇ? ਮੈਂ ਉਹਨੂੰ ਜਵਾਬ ਦਿੱਤਾ, ਮੈਂ ਉਹਨੂੰ ਆਖਿਆ ਵੀ ਉਹਦੇ ਤੇ ਮੋਹਰ ਪਤਾ ਕਿੰਨੇ ਲਾਈ? ਗੁਰੂ ਨਾਨਕ ਦੇਵ ਜੀ ਨੇ, ਗੁਰੂ ਅਰਜਨ ਦੇਵ ਜੀ ਨੇ। ਇਹ ਮੇਰੀ ਤੇ ਕੋਈ ਹੈਸੀਅਤ ਨਹੀਂ ਕਿ ਮੈਂ ਕਿਸੇ ਤੇ ਮੋਹਰ ਲਾ ਸਕਾਂ। ਮੇਰੀ ਕੀ ਹੈਸੀਅਤ, ਮੇਰੀ ਕੀ ਪਾਇਆ? ਜਿਨ੍ਹਾਂ ਦੇ ਅਸਾਂ ਲੋਕਾਂ ਨੇ ਮੋਹਰਾਂ ਲਾਈਆਂ ਹੋਈਆਂ ਨੇ ਨਾ, ਅਸੀਂ ਕਿਸ ਬਿਨਾਂ ਤੇ ਲਾਈਆਂ ਨੇ? ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਕੀ ਅਸੀਂ ਬ੍ਰਹਮ ਗਿਆਨੀ ਹੈ ਵਾਂ ਵੀ ਕਿਸੇ ਤੇ ਅਸੀਂ ਮੋਹਰ ਲਾ ਸਕੀਏ ਕਿ ਉਹ ਸੰਤ ਹੈ, ਉਹ ਬ੍ਰਹਮ ਗਿਆਨੀ ਹੈ? ਨਹੀਂ ਲਾਣੀ ਚਾਹੀਦੀ। ਇਹ ਤੇ ਐਵੇਂ ਹੋਇਆ ਨਾ ਜਿਵੇਂ IAS ਦਾ ਇਮਤਿਹਾਨ ਲੈਣਾ ਹੋਵੇ ਤੇ ਮੇਰੇ ਵਰਗੇ ਅਨਪੜ੍ਹ ਬੰਦੇ ਘਾਸੀ ਕਾਈਏ ਹਲਵਾਣ ਵਾਲੇ ਆਜੜੀ, ਮੇਰਾ ਮਤਲਬ ਕਹਿਣ ਤੋਂ ਸਿਰਫ ਅਨਪੜ੍ਹ ਹੈ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ IAS ਹੁੰਦਾ ਕੀ ਹੈ, ਉਹਨਾਂ ਨੂੰ ਪਾਸ ਕਰਨ ਵਾਸਤੇ ਸਾਡੇ ਵਰਗੇ ਦੀ, ਮੇਰੇ ਵਰਗੇ ਦੀ ਡਿਊਟੀ ਲੱਗ ਜੇ ਤੇ ਵੇਖ ਲਓ ਫਿਰ DC ਕਿਵੇਂ ਦੇ ਭਰਤੀ ਹੋਣਗੇ, ਅਫਸਰ ਕਿਵੇਂ ਦੇ ਭਰਤੀ ਹੋਣਗੇ। ਅਨਰਥੀ ਹੋਵੇਗਾ ਨਾ ਕਿ ਅਸੀਂ ਇਹ ਅਨਰਥੀ ਨਹੀਂ ਕਰ ਰਹੇ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਹੁਣ ਗੱਲ ਫਿਰ ਉੱਥੇ ਆਈ ਵੀ ਸਿੱਖ, ਹੁਣ ਸਿੱਖ ਦੀ ਮੋਹਰ ਮੇਰੇ ਤੋਂ ਨਾ ਕੋਈ ਲਵਾਉਣਾ ਆ ਜਾ ਜੇ। ਇਹ ਮੋਹਰ ਤੁਸੀਂ ਖੁਦ ਲਾ ਸਕਦੇ ਹੋ। ਗੁਰਬਾਣੀ ਪੜ੍ਹੋ, ਗੁਰਬਾਣੀ ਨੂੰ ਵਿਚਾਰੋ, ਉਹਦੀ ਕਸੌਟੀ ਆਪਣੇ ਆਪ ਤੇ ਲਾਓ, ਗੁਰਬਾਣੀ ਤੁਹਾਡੇ ਤੇ ਮੋਹਰ ਲਾਏਗੀ, ਤੁਹਾਡਾ ਅੰਤःਕਰਨ ਉਸ ਤੇ ਮੋਹਰ ਲਾਏਗਾ। ਨਹੀਂ ਤੇ ਨਹੀਂ ਲੱਗੇਗੀ। ਉਹ ਵੀ ਉਦੋਂ ਹੀ ਲੱਗੇਗੀ ਨਾ ਜੇ ਸਾਨੂੰ ਸਾਡੇ ਜੀਵਨ ਦੀ ਪਰਖ ਹੋ ਜਾਏਗੀ, ਸਾਨੂੰ ਸਾਡੀ ਗਲਤੀ ਦਾ ਅਹਿਸਾਸ ਹੋ ਜਾਏਗਾ। ਇਹੀ ਧਰਮਖੰਡ ਦੀ ਅਵਸਥਾ ਹੈ। ਇੱਥੋਂ ਧਰਮਖੰਡ ਵਿੱਚ ਪੈਰ ਪਾਉਣ ਦੀ ਸੋਚਣ ਦੀ ਅਵਸਥਾ ਹੈ। ਤੇ ਮੈਨੂੰ ਉਮੀਦ ਹੈ ਗੁਰਬਾਣੀ ਅਨੁਸਾਰ, ਗੁਰਬਾਣੀ ਦੀ ਸਮਝ ਅਨੁਸਾਰ ਆਪਣੇ ਆਪ ਤੇ ਅਸੀਂ ਜ਼ਰੂਰ
ਇਹ ਮੋਹਰ ਲਾਉਣ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਹੀ ਸ਼ਬਦਾਂ ਨਾਲ क्षमा ਦਾ याचक ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।